तो देखो 24 ਦੀ ਜੋ ਨਤੀਜੇ ਆਣੇ ਆ ਉਹ ਜ਼ਿਆਦਾ ਪ੍ਰਾਈਮ ਮਿਨਿਸਟਰ ਸਾਹਿਬ ਦੇ ਚਿਹਰੇ 'ਤੇ ਆਣੇ। ਬਾਕੀ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਤੇ ਫਿਰ ਇਹਨੂੰ ਕੇਂਦਰ ਸਰਕਾਰ ਕਿਵੇਂ ਦੇਖ ਰਹੀ ਹੈ? ਕੇਂਦਰ ਸਰਕਾਰ ਦੇ ਵੀ ਹੱਥ ਬੰਦੇ, ਆਪਾਂ ਤਾਂ ਸਿਰਫ ਆਪਣਾ ਆਫਰ ਹੀ ਕਰ ਸਕਦੇ ਕਿ ਜੇ ਤੁਹਾਨੂੰ ਸਾਡੀ ਮਦਦ ਚਾਹੀਦੀ ਹੈ, ਜੇ ਆਪਾਂ ਜ਼ਿਆਦਾ ਦਖਲਅੰਦਾਜ਼ੀ ਲੈਂਦੇ ਨਹੀਂ ਮਦਦ ਨਹੀਂ ਲੈਂਦੇ, ਮੈਨੂੰ ਤਾਂ ਨਹੀਂ ਲੱਗ ਰਿਹਾ ਲੈ ਰਹੇ। ਜੇ ਪਰਮਵੰਤ ਸਿੰਘ ਪੰਨੂ ਦੀ ਗੱਲ ਕਰ ਰਹੇ ਹੋ ਜਾਂ ਅੰਮ੍ਰਿਤਪਾਲ ਦੇ ਜੋ ਇਸ ਵੇਲੇ ਜਿਸ ਤਰ੍ਹਾਂ ਉਹਨਾਂ ਦਾ ਇਸ਼ੂ ਹੈ, ਕਈ ਵਾਰੀ ਉਹ ਜੋ ਉਹਨਾਂ ਦੇ ਸਪੀਚਿਸ ਆ ਰਹੇ ਨੇ ਉਹਦੇ ਕੋਈ ਹੱਕ 'ਚ ਵੀ ਲੋਕ ਵੀ ਨੇ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਲੋਕ ਨੇ, ਪਰ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਕਿ ਜਿਹੜੀ ਸੂਬੇ ਦੀ ਸ਼ਾਂਤੀ ਹੈ ਉਹ ਭੰਗ ਹੋ ਸਕਦੀ ਹੈ। ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਕਿ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ? ਅੰਮ੍ਰਿਤਪਾਲ ਜਿਸ ਤਰ੍ਹਾਂ ਦੇ ਭਾਸ਼ਣ ਦੇ ਰਹੇ ਨੇ ਜਾਂ ਅੰਮ੍ਰਿਤਪਾਲ ਜਿਸ ਤਰ੍ਹਾਂ ਘੁੰਮ ਰਹੇ ਨੇ, ਹਾਲਾਂਕਿ ਇੱਕ ਪਾਸੇ ਤੋਂ ਲੋਕਾਂ ਨੂੰ ਅੰਮ੍ਰਿਤ ਛਕਾ ਰਹੇ ਨੇ, ਵਧੀਆ ਕੰਮ ਵੀ ਕਰ ਰਹੇ ਨੇ, ਪਰ ਦੂਜੇ ਪਾਸੇ ਉਹਨਾਂ ਤੇ ਐਲੀਗੇਸ਼ਨਸ ਵੀ ਲੱਗ ਰਹੇ ਨੇ, ਤਾਂ ਉਹ ਤੁਸੀਂ ਤਸਵੀਰ ਕਿਵੇਂ ਦੇਖਦੇ ਹੋ? ਬੜੀ ਬਾਰੀਕੀ ਨਾਲ ਅੰਮ੍ਰਿਤਪਾਲ ਜੀ ਦੀ ਮੂਵਮੈਂਟ ਇਨੀਸ਼ੀਅਲੀ ਦੇਖੇ ਸੀ ਔਰ ਮੈਂ ਵੀ ਥੋੜਾ ਜਿਹਾ ਘਬਰਾਇਆ ਹੋਇਆ ਸੀ ਇਨੀਸ਼ੀਅਲੀ, ਪਰ ਹਾਲੇ ਉਹਨਾਂ ਨੇ ਕੋਈ ਐਸਾ ਕੋਈ ਕਦਮ ਜਾਂ ਐਸਾ ਕੋਈ ਗਲਤ ਸ਼ਬਦ ਬੋਲਿਆ ਨਹੀਂ। ਉਹ ਅੰਮ੍ਰਿਤ ਛਕਾ ਰਹੇ, ਲੋਕਾਂ ਨੂੰ ਨਸ਼ਾ ਤੋਂ ਦੂਰ ਕਰ ਰਹੇ, ਲੋਕਾਂ ਨੂੰ ਆਪਣੇ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ, ਬੜੀ ਚੰਗੀ ਗੱਲ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਐਸੀ ਸਾਨੂੰ ਅੰਮ੍ਰਿਤਪਾਲ ਤੇ ਹਮੇਸ਼ਾ ਸ਼ੱਕ ਕਰਨਾ ਚਾਹੀਦਾ। ਆਪਾਂ ਉਹਨੂੰ ਮੌਕਾ ਦਈਏ, ਦੇਖੀਏ ਉਹ ਕੀ ਕਰਦਾ ਹੈ। पन्नू जैसे लोग हैं, डरपोक लोग जो कनेडा, इंग्लैंड, अमेरिका च बैठे हैं और अपने फायदे वास्ते पंजाब नूं बर्बाद करना चाहते हैं, उन्हां दे खिलाफ तो सानूं बहुत स्ट्रिक्ट कार्रवाई करनी चाहिए है। 2015 ਤੋਂ ਗੁਰਪਤਵੰਤ ਸਿੰਘ ਪੰਨੂ ਦੀ ਵੈਬਸਾਈਟ ਹੈ ਜਾਂ ਫॉर ਜਸਟਿਸ ਉਹਨੂੰ ਬੈਨ ਕਰ ਦਿੰਦੀ ਹੈ ਕੇਂਦਰ ਸਰਕਾਰ। ਲਗਾਤਾਰ ਬੈਨ ਤੇ ਬੈਨ ਲੱਗ ਰਹੇ ਨੇ, ਪਰ ਜੋ ਉਹਨਾਂ ਦੀ ਕਾਰਵਾਈਆਂ ਨੇ, ਜੇ ਉਹ ਕਿੱਥੇ ਰੈਫਰੈਂਡਮ ਕਰਾਉਣਾ ਚਾਹੁੰਦੇ ਨੇ ਉਹ ਵੀ ਬੜੇ ਵਧੀਆ ਤਰੀਕੇ ਦੇ ਨਾਲ ਹੋ ਰਿਹਾ। ਕੋਈ ਹੋਰ ਜਿਹੜਾ ਦੇਸ਼ ਹੈ ਉਹ ਨਹੀਂ ਮਨਾ ਕਰ ਰਿਹਾ, ਉਹਨੂੰ ਰੈਫਰੈਂਡਮ ਵੀ ਹੋ ਰਿਹਾ, ਫਿਰ ਉੱਥੇ ਕਿਉਂ ਕਮਜ਼ੋਰ ਹੋ ਰਹੀ ਹੈ ਕੇਂਦਰ ਸਰਕਾਰ ਵਿਦੇਸ਼ ਨੀਤੀ ਦੇ ਵਿੱਚ? ਕੈਨੇਡਾ ਦੇ ਵਿੱਚ ਸਾਡੇ ਇਹਨੇ ਸਿੱਖ ਭਾਈਚਾਰਾ ਬੈਠਾ ਹੈ ਤੇ ਉਹਦੀ ਆਪਣੀ ਇੰਟਰਨਲ ਪੋਲਿਟਿਕਸ ਕਰਕੇ ਉਹ ਪੰਨੂ ਨੂੰ ਕੁਝ ਨਹੀਂ ਕਹਿ ਰਹੇ, ਪਰ ਹਕੀਕਤ ਹੈ ਜੇ ਕहीं ਹੋਰ ਹੀ ਬੈਠਾ ਹੁੰਦਾ ਤੇ 100% ਇਹ ਐਕਸਟ੍ਰੈਡਾਈਜ਼ ਹੁੰਦਾ। ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਦੀ ਐਕਸਟ੍ਰੈਡੀਸ਼ਨ ਹੋਣੀ ਚਾਹੀਦੀ ਹੈ। ਪਰ ਤੁਹਾਨੂੰ ਲੱਗਦਾ ਕਿ ਬੀਜੇਪੀ ਹੁਣ ਇੰਨੀ ਕੋ ਤਿਆਰ ਹੈ ਕਿ ਅਗਲੇ 3-4 ਸਾਲਾਂ ਦੇ ਵਿੱਚ ਤੁਸੀਂ ਇਕੱਲੇ ਜਾ ਸਕਦੇ ਹੋ, ਜਾਂ ਫਿਰ ਅਰਵਿੰਦ ਖੰਨਾ ਉਹਨਾਂ ਨੂੰ ਇਹ ਲੱਗਦਾ ਹੈ, ਤੁਹਾਨੂੰ ਪਰਸਨਲੀ ਲੱਗਦਾ ਹੈ ਕਿ ਅਕਾਲੀ ਦਲ ਔਰ ਬੀਜੇਪੀ ਇਕੱਠੇ ਹੋ ਸਕਦੇ ਨੇ ਔਰ ਹੋਣਾ ਚਾਹੀਦਾ ਤਾਂ ਉਹ ਸਰਕਾਰ ਬਣ ਸਕਦੀ ਹੈ? ਦੇਖੋ ਅਕਾਲੀ ਦਲ, ਬਾਦਲ ਤੇ ਬੀਜੇਪੀ ਇਕੱਠੇ ਨਹੀਂ ਹੋ ਸਕਦੇ, ਕੋਈ ਚਾਂਸ ਨਹੀਂ। ਗੁਜਰਾਤ ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੇ ਆਪਣਾ ਹੀ 27 ਸਾਲ ਦਾ ਰਿਕਾਰਡ ਤੋੜਤਾ, ਪਰ ਇਹਨਾਂ ਨਤੀਜਿਆਂ ਦਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਪੈ ਰਿਹਾ ਹੈ? ਇਹ ਸਵਾਲ ਇਸ ਕਰਕੇ ਕਿਉਂਕਿ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਉੱਥੇ ਗਈ ਬੀਜੇਪੀ ਦਾ ਕਿਲਾ ਢਾਣ ਲਈ, ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਬੀਜੇਪੀ ਲਗਾਤਾਰ ਤੇਜ਼ੀ ਦੇ ਨਾਲ ਵਿਸਤਾਰ ਕਰ ਰਹੀ ਹੈ। ਅੱਜ ਸਾਡੇ ਨਾਲ ਪੰਜਾਬ ਬੀਜੇਪੀ ਦੇ ਵਾਈਸ ਪ੍ਰੈਜ਼ੀਡੈਂਟ ਅਰਵਿੰਦ ਖੰਨਾ ਨੇ, ਜੋ 2022 ਦੇ ਚੋਣਾਂ ਤੋਂ ਪਹਿਲਾਂ ਹੀ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ, ਔਰ ਲਗਾਤਾਰ ਜਿਹੜੇ ਲੋਕ ਬਾਹਰੋਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੂੰ ਥਾਂ ਵੀ ਮਿਲ ਰਹੀ, ਔਰ ਇਸੇ ਕਰਕੇ ਮੈਂ ਕਿਹਾ ਕਿ ਇਹਨੂੰ ਆਪਾਂ ਤੇਜ਼ੀ ਨਾਲ ਵਿਸਤਾਰ ਵਜੋਂ ਵੀ ਦੇਖ ਸਕਦੇ ਹਾਂ। ਸਾਡੇ ਨਾਲ ਸਟੂਡੀਓ ਦੇ ਵਿੱਚ ਅਰਵਿੰਦ ਖੰਨਾ ਜੀ ਨੇ। ਖੰਨਾ ਜੀ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ। ਜਿਵੇਂ ਮੈਂ ਕਹਿ ਰਿਹਾ ਕਿ ਦੋ ਪਾਸੇ ਆਮ ਆਦਮੀ ਪਾਰਟੀ ਇੱਥੋਂ ਗੁਜਰਾਤ ਗਈ, ਹਾਲਾਂਕਿ ਉਹ ਕਲੇਮ ਕਰ ਰਹੇ ਕਿ ਅਸੀਂ ਵਧੀਆ ਵੋਟ ਬੈਂਕ ਉੱਥੇ ਲੈ ਲਿਆ। ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਬੀਜੇਪੀ ਲਗਾਤਾਰ ਤੇਜ਼ੀ ਨਾਲ ਵਿਸਤਾਰ ਕਰ ਰਹੀ ਹੈ, ਕਿਵੇਂ ਦੇਖਦੇ ਹੋ ਸਥਿਤੀ ਨੂੰ ਤੁਸੀਂ? ਇਹ ਦੇਖੋ, ਇਹ ਜੋ 2022 ਦੇ ਜੋ ਨਤੀਜੇ ਆ, ਜੋ ਪੰਜਾਬ ਦੇ ਨਤੀਜੇ ਆ, ਉਹ ਤੇ ਮੇਰੇ ਖਿਆਲ ਇੱਕ ਫਲੂਕ ਸੀ। ਇੱਕ ਜਿਵੇਂ ਕਹਿੰਦੇ ਨਾ ਕਿ ਪੈਰ ਥੱਲੇ ਬਟੇਰ ਆਣਾ, ਉਹ ਪੈਰ ਥੱਲੇ ਬਟੇਰ ਆਇਆ। ਕਾਂਗਰਸ ਪਾਰਟੀ ਤੇ ਅਕਾਲੀ ਦਲ ਦੇ ਜੋ ਪਿਛਲੇ 25 ਸਾਲ ਦਾ ਜੋ ਮਿਸ ਰੂਲ ਹੋਇਆ, ਉਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਇੱਥੇ ਜਗ੍ਹਾ ਮਿਲੀ ਸੀ। ਇਹ ਕहीं ਹੋਰ ਕਿਸੇ ਸੂਬੇ 'ਚ ਰਿਪੀਟ ਨਹੀਂ ਹੋ ਸਕਦੀ। ਗੁਜਰਾਤ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ, ਕੇਜਰੀਵਾਲ ਸਾਹਿਬ ਨੇ ਬਹੁਤ ਸਾਰੀ ਗਾਰੰਟੀਆਂ ਦਿੱਤੀ। IB ਦੀ ਰਿਪੋਰਟ ਤੋਂ ਵੀ ਕੋਟ ਕੀਤਾ ਕਿ ਜੇ IB ਦੀ ਰਿਪੋਰਟ ਵੀ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਹੈ, ਕੁਝ ਨਹੀਂ ਹੋਇਆ। ਉੱਥੇ ਮੋਦੀ ਸਾਹਿਬ ਦਾ ਬਹੁਤ ਵੱਡਾ ਇੱਜ਼ਤ ਮਾਨ ਸਤਿਕਾਰ ਮਿਲਦਾ, ਪੂਰੇ ਇੰਡੀਆ 'ਚ ਮਿਲਦਾ ਵੈਸੇ ਤੇ ਇਸ ਕਰਕੇ ਜੋ ਗੁਜਰਾਤ ਦੇ ਔਰ ਹਿਮਾਚਲ ਦੇ ਵਿੱਚ ਜੋ ਨਤੀਜੇ ਆਮ ਆਦਮੀ ਪਾਰਟੀ ਦੇ ਸਾਹਮਣੇ ਆਏ ਹੈ, ਇਹਨਾਂ ਦਾ ਤਾਂ ਮੋਰਲ ਬਹੁਤ ਡਾਊਨ ਹੈ। ਔਰ ਤੁਸੀਂ ਦੇਖਣਾ ਥੋੜੇ ਦਿਨਾਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਔਰ ਦਿੱਲੀ ਦੇ ਵਿੱਚ ਇਹਨਾਂ ਦਾ ਗ੍ਰਾਫ ਬਹੁਤ ਛੇਤੀ ਹੋਰ ਵੀ ਗਿਰਨਾ। ਪਰ ਹੁਣ ਤੁਹਾਡੇ ਮੋਢਿਆਂ ਤੇ ਬੜੀ ਵੱਡੀ ਜ਼ਿੰਮੇਵਾਰੀ ਆ ਗਈ। ਲਗਾਤਾਰ ਤੁਸੀਂ ਕਾਂਗਰਸ ਤੋਂ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਹੋ, ਪਾਰਟੀ ਬੀਜੇਪੀ ਤੁਹਾਨੂੰ ਡੈਜ਼ਿਗਨੇਸ਼ਨਸ ਵੀ ਦੇ ਰਹੀ ਹੈ, ਵਾਈਸ ਪ੍ਰੈਜ਼ੀਡੈਂਟ ਵੀ ਬਣਾਤਾ, ਫਾਈਨਾਂਸ ਕਮੇਟੀ ਦਾ ਵੀ ਮੈਂਬਰ ਬਣਾਤਾ,
ਲਗਾਤਾਰ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਤੇ ਪਾ ਰਹੀ ਹੈ। ਹੁਣ ਤੁਹਾਡੇ ਤੇ ਜ਼ਿੰਮੇਵਾਰੀ ਇਹ ਹੈ ਕਿ ਜੋ ਨਤੀਜੇ ਗੁਜਰਾਤ 'ਚ, ਜੋ ਨਤੀਜੇ ਹੋਰ ਪਾਸੇ ਨਜ਼ਰ ਆਉਂਦੇ ਨੇ ਬੀਜੇਪੀ ਨੂੰ, ਉਹ ਇੱਥੋਂ ਨਤੀਜੇ ਤੁਸੀਂ ਲੈ ਕੇ ਆਓ। ਦੇਖੋ, ਇੱਕ ਮੈਂ ਤੁਹਾਡੀ ਜੋ ਤੁਸੀਂ ਗੱਲ ਕਹੀ ਇੱਕ ਥੋੜਾ ਚੇਂਜ ਕਰਾਂਗਾ। ਮੈਂ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ 'ਚ ਨਹੀਂ ਆਇਆ। ਮੈਂ ਤੇ 15 ਦੇ ਵਿੱਚ ਮੇਰੇ ਖਿਆਲ ਮੈਂ ਪੰਜਾਬ ਦੇ ਵਿੱਚ ਕੱਲਾ ਐਮਐਲਏ ਹੋਣਾ ਜਿਹਦੇ ਕੋਲ 3 ਸਾਲ ਬਕਾਇਦਾ ਸੀ ਆਪਣੀ ਐਮਐਲਏਸ਼ਿਪ ਦੇ। ਮੈਂ ਅਸਤੀਫਾ ਦੇ ਕੇ ਘਰੇ ਬਹਿ ਗਿਆ। ਜੋ ਅੱਜ ਕਾਂਗਰਸ ਪਾਰਟੀ ਦਾ ਆਲ ਇੰਡੀਆ ਪੱਧਰ ਤੇ ਹਾਲ ਹੈ ਜਾਂ ਪੰਜਾਬ ਦੇ ਵਿੱਚ ਜੋ ਹਾਲ ਹੈ, ਉਹ ਮੈਨੂੰ ਉਸ ਸਮੇਂ ਦੇਖਿਆ ਸੀ ਤੇ ਇਸ ਕਰਕੇ ਮੈਂ ਤੇ ਨਿਰਾਸ਼ ਹੋ ਕੇ ਘਰ ਬਹਿ ਗਿਆ ਸੀ। ਮੈਨੂੰ 15 ਦੇ ਵਿੱਚ ਵੀ ਸੁਖਬੀਰ ਬਾਦਲ ਨੇ ਆਫਰ ਕੀਤਾ ਕਿ ਮੈਂ ਉਹਦੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਜਿਮਨੀ ਚੋਣ ਉਸ ਪਾਰਟੀ 'ਚੋਂ ਲੜ ਲਾਂ ਤੇ ਮੈਂ ਕੋਈ ਪੋਲੀਟੀਕਲ ਲਾਲਚ ਵਾਸਤੇ ਦਲ ਨਹੀਂ ਬਦਲੇ। ਮੈਂ ਤਾਂ ਘਰ ਬਹਿ ਗਿਆ ਸੀ। ਪਰ ਤੁਸੀਂ ਇੱਕ ਵਾਰ ਪੋਲੀਟਿਕਸ 'ਚ ਆ ਜਾਂਦੇ ਹੋ ਤਾਂ ਬੰਦਾ ਪੋਲੀਟਿਕਸ ਦੀ ਹਮੇਸ਼ਾ ਤੁਸੀਂ ਉਸ ਪਾਸੇ ਧਿਆਨ ਦਿੰਦੇ ਹੋ। ਔਰ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਸਾਹਿਬ ਨੇ ਪਿਛਲੇ 8 ਸਾਲ ਇਹ ਹਿੰਦੁਸਤਾਨ ਦਾ ਰੁਖ ਬਦਲ ਦਿੱਤਾ ਹੈ। ਇੰਡੀਆ ਦੇ ਵਿੱਚ ਜੋ ਡਿਵੈਲਪਮੈਂਟ ਦੇ ਕੰਮ ਹੋ ਰਹੇ ਹੈ, ਇੰਡੀਆ ਦੇ ਵਿੱਚ ਜੋ ਨੌਕਰੀਆਂ ਪੈਦਾ ਹੋ ਰਹੀ ਹੈ, ਇੰਡੀਆ ਦੇ ਵਿੱਚ ਜੋ ਓਪਰਚੁਨਿਟੀਜ਼ ਹੈ, ਉਹ ਤੇ ਇੰਡੀਆ ਦੀ ਜੋ ਗਲੋਬਲ ਪੋਜੀਸ਼ਨ ਹੈ ਅੱਜ, ਉਹ ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਦੀ ਸੋਚ ਕਰਕੇ ਆਪਾਂ ਇਸ ਤੇ ਪਹੁੰਚੇ ਆ। ਤੇ ਇਸ ਕਰਕੇ ਉਹਨਾਂ ਦੀ ਸੋਚ ਨਾਲ ਮੈਂ ਬਹੁਤ ਜੁੜ ਗਿਆ ਸੀ। ਤੇ ਜਦ ਮੈਨੂੰ ਮੌਕਾ ਮਿਲਿਆ ਜਨਵਰੀ ਦੇ ਵਿੱਚ, ਮੈਨੂੰ ਕਿਸੇ ਨੇ ਅਪਰੋਚ ਕੀਤਾ ਕਿ ਯਾਰ ਤੁਸੀਂ ਆਓ ਬੀਜੇਪੀ ਨੂੰ ਆਪਾਂ ਤਕੜਾ ਕਰੀਏ, ਬੀਜੇਪੀ ਵਿੱਚ ਕੰਮ ਕਰੀਏ, ਤੇ ਮੈਨੂੰ ਲੱਗਿਆ ਕਿ ਇੱਕ ਓਪਨ ਸਪੇਸ ਮਿਲ ਸਕਦੀ ਹੈ ਸਾਨੂੰ। ਪਹਿਲੀ ਵਾਰ ਮੇਰੀ ਪੋਲੀਟੀਕਲ ਲਾਈਫ ਦੇ ਵਿੱਚ, ਮੈਨੂੰ ਵੀ 22 ਸਾਲ ਹੋ ਗਏ ਆ, ਪਹਿਲੀ ਵਾਰ ਮੈਨੂੰ ਪੋਲੀਟੀਕਲ ਲਾਈਫ ਦੇ ਵਿੱਚ ਮੈਨੂੰ ਇੱਕ ਪਾਰਟੀ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਜਿਹਦੀ ਇੱਕ ਗਲੋਬਲ ਪੋਜੀਸ਼ਨ ਹੈ, ਜਿਹਦੇ ਪ੍ਰਾਈਮ ਮਿਨਿਸਟਰ ਦੀ ਗਲੋਬਲੀ ਇਨੀ ਪਹਿਚਾਨ ਤੇ ਰਿਸਪੈਕਟ ਹੈ, ਇਕੱਲੇ ਹਿੰਦੁਸਤਾਨ ਦੇ ਵਿੱਚ ਨਹੀਂ ਪਰ ਗਲੋਬਲੀ। ਔਰ ਪੰਜਾਬ ਦੇ ਵਿੱਚ ਇੱਕ ਮੇਰੇ ਖਿਆਲ ਨਾਲ ਅਕਾਲੀਆਂ ਨਾਲ ਜੋ ਸਾਡਾ ਗੱਠਜੋੜ ਹੁੰਦਾ ਸੀ, ਉਹਦੇ ਕਰਕੇ ਆਪਾਂ ਹਮੇਸ਼ਾ ਪਿੱਛੇ ਰਹਿ ਜਾਂਦੇ ਸੀ, ਸਾਡੀ ਕਦੀ ਸੁਣਵਾਈ ਨਹੀਂ ਹੁੰਦੀ ਸੀ, ਸਾਨੂੰ ਆਪਣੀ ਗੱਲਾਂ ਦੱਸਣ ਦਾ ਮੌਕਾ ਨਹੀਂ ਮਿਲਦਾ ਸੀ। ਤੇ ਮੈਨੂੰ ਇੱਕ ਨਵੀਂ, ਆਪਾਂ ਕਹਿ ਸਕਦੇ ਇੱਕ ਨਵੀਂ ਪਾਰਟੀ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ। ਤੇ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਲੀਡਰਸ਼ਿਪ ਨੇ ਮੈਨੂੰ ਇਹ ਮੌਕਾ ਦਿੱਤਾ ਔਰ ਮੈਨੂੰ ਲੱਗ ਰਿਹਾ ਕਿ ਸਾਡੇ ਕੋਲ ਬਹੁਤ ਸਪੇਸ ਹੈ। ਔਰ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਔਰ ਕਿਸ ਜ਼ੋਰ ਸ਼ੋਰ ਨਾਲ ਬੰਦੇ ਲੋਕ ਆਮ ਜਨਤਾ ਬੀਜੇਪੀ ਦੇ ਨਾਲ ਜੁੜੇਗੀ। ਕੋਈ ਪਾਰਟੀ ਨੇ ਤੁਹਾਨੂੰ ਟਾਰਗੇਟ ਵੀ ਦਿੱਤਾ ਹੋਏਗਾ? ਮਤਲਬ ਮੰਨ ਲਓ ਕਿ ਜਿਹੜੀ ਲੀਡਰਸ਼ਿਪ ਹੈ, ਸਟੇਟ ਦੀ ਲੀਡਰਸ਼ਿਪ ਹੈ, ਕੋਈ ਕਾਰਪੋਰੇਸ਼ਨ ਦੇ ਇਲੈਕਸ਼ਨਸ ਆ ਰਹੇ ਨੇ ਜਾਂ ਫਿਰ 2024 ਦੇ ਲੋਕ ਸਭਾ ਇਲੈਕਸ਼ਨਸ ਆ ਰਹੇ ਨੇ, ਤੁਸੀਂ ਆਪਣੇ ਜ਼ਿਹਨ ਦੇ ਵਿੱਚ ਕਿਹਨੂੰ ਟਾਰਗੇਟ ਮੰਨ ਕੇ ਚੱਲ ਰਹੇ ਹੋ ਕਿ ਆਪਾਂ ਇਹਨਾਂ ਕੋ ਵਧੀਆ ਪਰਫਾਰਮ ਕਰਨਾ ਹੈ ਤਾਂ ਕਿ 2027 ਦੇ ਵਿੱਚ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਸਪੇਸ ਜਿਹੜਾ ਤੁਹਾਨੂੰ ਮਿਲ ਰਿਹਾ ਉਹ ਤੁਸੀਂ ਸਪੇਸ ਜਿਹੜਾ ਪੂਰਾ ਹਾਸਲ ਵੀ ਕਰਨਾ ਹੈ, ਔਰ ਤੁਸੀਂ ਕਿਹੜਾ ਟਾਰਗੇਟ ਮੰਨ ਰਹੇ ਹੋ? ਕਾਰਪੋਰੇਸ਼ਨ ਇਲੈਕਸ਼ਨ ਮੰਨ ਰਹੇ ਹੋ? ਕਿਵੇਂ ਦੇਖ ਰਹੇ ਹੋ? ਉਹਦੇ ਵਿੱਚ ਤੁਹਾਡੀ ਰਣਨੀਤੀ ਕੀ ਹੈ ਜਾਂ ਲੋਕ ਸਭਾ ਦੇ ਇਲੈਕਸ਼ਨਾਂ ਵਾਸਤੇ ਤੁਹਾਡੀ ਕੀ ਰਣਨੀਤੀ ਹੋਏਗੀ? ਉਹ ਸਾਡੇ ਪ੍ਰਧਾਨ ਸਾਹਿਬ ਅਸ਼ਵਨੀ ਜੀ ਕਰ ਰਹੇ ਕਿ ਆਪਾਂ ਏਜੰਡਾ ਕੀ ਬਣੇਗਾ ਸਾਡਾ 24 ਦਾ ਤੇ 27 ਦਾ ਕੀ ਏਜੰਡਾ ਬਣਨਾ ਹੈ, ਔਰ ਹਰੇਕ ਜੋ ਅਹੁਦੇਦਾਰ ਬਣਿਆ ਪਾਰਟੀ ਦਾ ਉਹਨੂੰ ਕੀ ਜ਼ਿੰਮੇਵਾਰੀ ਮਿਲਣੀ ਹੈ, ਤੇ ਇਹਦੇ ਬਾਰੇ ਹਲੇ ਵਿਚਾਰ ਚੱਲ ਰਹੇ ਹਨ। ਮੈਨੂੰ ਲੱਗਦਾ ਹਫਤੇ 10 ਦਿਨ 'ਚ ਉਹ ਵੀ ਐਲਾਨ ਹੋ ਜਾਣਗੇ ਕਿਹਨੂੰ ਕੀ ਜ਼ਿੰਮੇਵਾਰੀ ਮਿਲ ਰਹੀ ਹੈ। ਤੇ ਜੋ ਦੇਖੋ 24 ਦੀ ਜੋ ਨਤੀਜੇ ਆਣੇ ਆ ਉਹ ਜ਼ਿਆਦਾ ਪ੍ਰਾਈਮ ਮਿਨਿਸਟਰ ਸਾਹਿਬ ਦੇ ਚਿਹਰੇ 'ਤੇ ਆਣੇ ਆ। ਜੋ 24 ਤੇ ਸਾਨੂੰ 5 7 8 ਸੀਟਾਂ ਮਿਲਣੀ ਹੈ ਉਹ ਪ੍ਰਾਈਮ ਮਿਨਿਸਟਰ ਸਾਹਿਬ ਦੀ ਮੂੰਹ ਤੇ ਮਿਲਣੀ ਹੈ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਰ ਆਪਾਂ ਦੇਖਿਆ ਕਿ ਜਦੋਂ ਦੇਸ਼ ਦੇ ਵਿੱਚ ਪਿਛਲੇ 2 ਇਲੈਕਸ਼ਨਾਂ ਦੇ ਵਿੱਚ ਵੀ ਮੋਦੀ ਲਹਿਰ ਰਹੀ, ਪਰ ਪੰਜਾਬ ਦੇ ਵਿੱਚ ਉਹਨਾਂ ਨੂੰ ਉਸ ਤਰ੍ਹਾਂ ਦੇ ਨਤੀਜੇ ਨਹੀਂ ਮਿਲਦੇ ਸੀ। ਇਸ ਕਰਕੇ ਮੈਂ ਸਵਾਲ ਕੀਤਾ ਕਿ ਹੁਣ ਜਿਹੜੀ ਲੀਡਰਸ਼ਿਪ ਜੁੜੀ ਹੈ, ਨਵੇਂ ਬੰਦੇ ਜਾਂ ਪੁਰਾਣੇ ਬੰਦੇ, ਉਹ ਕਿਵੇਂ ਉਸ ਚੀਜ਼ ਨੂੰ ਠੀਕ ਕਰਨਗੇ? ਕਿਉਂਕਿ ਇੱਥੇ ਮੋਦੀ ਲਹਿਰ ਨੂੰ ਨੁਕਸਾਨ ਵੀ ਹੁੰਦਾ ਰਿਹਾ, ਇੱਥੇ ਮੋਦੀ ਲਹਿਰ ਉਸ ਤਰ੍ਹਾਂ ਦੀ ਲਹਿਰ ਨਹੀਂ ਦਿਖੀ ਜੋ ਦੇਸ਼ ਦੇ ਵਿੱਚ ਹੁੰਦੀ ਸੀ, ਔਰ ਉਸ ਤੋਂ ਹੁਣ ਤਾਂ ਕਿਸਾਨ ਅੰਦੋਲਨ ਤੋਂ ਬਾਅਦ ਜਾਂ ਕੁਝ ਫਰਕ ਤੁਹਾਨੂੰ ਲੱਗਦਾ ਕਿ ਪਿਆ ਹੋਏਗਾ? ਦੇਖੋ, ਕਿਸਾਨ ਅੰਦੋਲਨ ਦੇ ਬਾਅਦ ਬਹੁਤ ਫਰਕ ਪਿਆ। ਜਨਵਰੀ ਦੇ ਵਿੱਚ, ਫਰਵਰੀ ਜਦ ਇਲੈਕਸ਼ਨ ਲੜ ਰਹੇ ਸੀ ਤੇ ਕਈ ਐਸੇ ਹਲਕੇ ਸੀ ਜਿੱਥੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਵੜਨ ਦਾ ਮੌਕਾ ਹੀ ਨਹੀਂ ਮਿਲਦਾ ਸੀ। ਹੁਣ ਹਰ ਪਿੰਡ ਦੇ ਵਿੱਚ ਜਿੱਥੇ ਮੇਰੇ ਕੋਲੀਗਸ ਹਨ, ਜਿਹਦੇ ਨਾਲ ਮੈਂ ਗੱਲ ਕਰਦਾ, ਮੇਰੇ ਸਾਥੀਆਂ ਨਾਲ, ਹਰੇਕ ਪਿੰਡਾਂ ਦੇ ਵਿੱਚ ਜਾ ਰਿਹਾ, ਉਹਦੀ ਸੁਣਵਾਈ ਹੋ ਰਹੀ ਹੈ, ਉਹਨਾਂ ਦੀ ਗੱਲਾਂ ਲੋਕ ਸੁਣ ਰਹੇ ਆ, ਤੇ ਫਰਕ ਬਹੁਤ ਪਿਆ। ਦੂਜੀ ਗੱਲ ਰਹਿ ਰਹੀ ਕਿ ਦੇਖੋ ਜੋ ਪਿਛਲੀ ਇਲੈਕਸ਼ਨਾਂ ਹੋਈਆਂ, ਅਗੇਨ ਬੀਜੇਪੀ ਪਿੱਛੇ ਹੋ ਕੇ ਇਲੈਕਸ਼ਨ ਲੜੀ ਹੈ, ਅਕਾਲੀ ਦਲ ਮੁਰੇ ਲੱਗਿਆ ਸੀ। ਹਮੇਸ਼ਾ ਬੀਜੇਪੀ ਨੂੰ ਕਦੀ ਇੱਥੇ ਆਪਣਾ ਮੁੱਲ ਨਹੀਂ ਮਿਲਿਆ, ਤੇ ਇਸ ਕਰਕੇ ਜੋ ਵੀ ਇੱਥੇ ਪਾਰਲੀਮੈਂਟ ਦੇ ਵੀ ਜੋ ਨਤੀਜੇ ਆਉਂਦੇ ਸੀ ਉਹ ਐਕਚੁਅਲੀ ਅਕਾਲੀ ਦਲ ਕਰਕੇ ਸਾਨੂੰ ਜੋ ਮਾੜੇ ਨਤੀਜੇ ਮਿਲਦੇ ਸੀ ਉਹ ਅਕਾਲੀ ਦਲ ਕਰਕੇ ਮਿਲਦੇ ਸੀ। ਇਹ ਪਹਿਲੀ ਵਾਰ ਹੈ 24 ਦੇ ਵਿੱਚ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣਾ ਏਜੰਡਾ ਆਪ ਸੈੱਟ ਕਰੇਗੀ, ਆਪਣੇ ਪ੍ਰਾਈਮ ਮਿਨਿਸਟਰ ਦੀ ਔਰ ਆਪਣੀ ਪਾਰਟੀਆਂ ਦੀ, ਆਪਣੀ ਸਰਕਾਰ ਦੀ ਨੀਤੀਆਂ ਔਰ ਆਪਣੀ ਪ੍ਰਾਪਤੀਆਂ ਬਾਰੇ ਆਪ ਸਾਨੂੰ ਦੱਸਣ ਦਾ ਮੌਕਾ ਮਿਲੇਗਾ, ਔਰ ਆਪਾਂ ਕਿਸੇ ਦਾ ਬੋਝ
ਉਠਾ ਕੇ ਨਹੀਂ ਚੱਲ ਰਹੇ। ਪਰ ਤੁਹਾਡਾ ਮੁਕਾਬਲਾ ਫਿਰ ਆਮ ਆਦਮੀ ਪਾਰਟੀ ਦੇ ਨਾਲ ਹੋਏਗਾ, ਕੋਈ ਕਾਂਗਰਸ ਨਾਲ ਜਾਂ ਅਕਾਲੀ ਦਲ ਨਾਲ ਨਹੀਂ, ਜੋ ਰਵਾਇਤੀ ਪਾਰਟੀਆਂ ਨੇ ਉਹ ਦਾਵਾ, ਉਹਨਾਂ ਨੂੰ ਜਿਸ ਤਰ੍ਹਾਂ ਦਾ ਮੈਂਡੇਟ ਮਿਲਿਆ ਉਹ ਵੀ ਤੁਹਾਡੇ ਸਾਹਮਣੇ ਹੈ, ਔਰ ਉਹ ਤਾਂ ਦਾਵਾ ਕਰ ਰਹੇ ਕਿ ਆਪਾਂ ਪੰਜਾਬ ਬੜੇ ਵਧੀਆ ਤਰੀਕੇ ਨਾਲ ਚਲਾ ਰਹੇ, ਉਹ ਇਮਾਨਦਾਰ ਪਾਰਟੀ ਹੈ, ਤਾਂ ਉਹਨੂੰ ਤੁਸੀਂ ਟੈਕਲ ਕਿਵੇਂ ਕਰੋਗੇ? ਉਹ ਤੁਹਾਨੂੰ ਫਿਰ ਟਾਸਕ ਔਖਾ ਨਹੀਂ ਲੱਗ ਰਿਹਾ? ਦੇਖੋ ਅੱਜ ਜੇ ਵਿਧਾਨ ਸਭਾ ਦੀ ਚੋਣ ਦੁਬਾਰਾ ਹੋ ਜਾਂਦੀ ਹੈ, ਮੈਂ ਗਾਰੰਟੀ ਨਾਲ ਕਹਿੰਦਾ ਜੋ ਹਿਮਾਚਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਲ ਹੋਇਆ ਨਾ, ਉਹੀ ਹਾਲ ਇੱਥੇ ਹੋਣਾ ਇਹਨਾਂ ਦਾ। 92 ਤੋਂ 0 ਹੋ ਜਾਏਗਾ। 0 ਕਿਉਂ ਲੱਗਦਾ ਤੁਹਾਨੂੰ? ਕਿਉਂਕਿ ਕੰਮ ਹੀ ਨਹੀਂ ਕੀਤਾ। ਤੁਸੀਂ ਮੈਨੂੰ ਦੱਸੋ ਜਿੰਨੇ ਕਤਲ ਹੋਈਆਂ, ਜਿੰਨੀ ਮੌਤਾਂ ਹੋਈਆਂ ਗੈਂਗਸਟਰਸ ਦੇ ਪਿਛਲੇ 2 ਮਹੀਨੇ, ਪੰਜਾਬ ਦੇ 25 ਸਾਲ ਦੇ ਰਾਜ ਕਾਂਗਰਸ ਤੇ ਅਕਾਲੀ ਦਲ ਦੇ ਰਾਜ 'ਚ ਨਹੀਂ ਐਸਾ ਹਾਲ ਹੋਇਆ। ਇਹੀ ਪੁਲਿਸ ਫੋਰਸ ਜਿਹਨੇ ਅਤਵਾਦ ਦੇ ਖਿਲਾਫ ਲੜਾਈ ਲੜੀ ਹੈ, ਇਹੀ ਲੋਕ ਜਿਨ੍ਹਾਂ ਨੇ ਗੋਲਡੀ ਜੈਸੇ ਗੈਂਗਸਟਰ ਨੂੰ ਦਬਾ ਕੇ ਰੱਖਿਆ, ਅੱਜ गोल्डी की छोटे गैंगस्टर हावी हो रहे थे। क्यों? पुलिस फोर्स की गलती नहीं है, सरकार की गलती। जो चुने हुए नुमाइंदे हैं साडे वो डायरेक्शन लैस है। देखो उन्होंने पता इन्हां दे विचों इन्हां 92 जो तुसीं गल कही है, एक भी MLA कदी किसी सरकार विच ना मंत्री रहा, संतरी ते मंत्री भी नहीं रहा, तो इस करके इन्हां नूं चलाना नहीं आंदा, इन्हां नूं डायरेक्शन नहीं पता कि सरकार किवें चलदी है, ऑर्डर्स किवें दिते जांदे हैं, मॉनिटर किवें किया जाता है, इन्हां नूं पता ही नहीं। वो बेचारी पुलिस फोर्स देख रही है, वेट कर रही है कि इंस्ट्रक्शन आम आदमी पार्टी ਦੇ ਕਈ ਨੇਤਾ ਇਲਜ਼ਾਮ ਲਗਾ ਦਿੰਦੇ ਕਿ ਜਿਹੜੀ ਬਾਕੀ ਵਿਰੋਧੀ ਪਾਰਟੀਆਂ ਨੇ ਉਹ ਇਹਨਾਂ ਨੂੰ ਕੰਮ ਨਹੀਂ ਵਧੀਆ ਤਰੀਕੇ ਨਾਲ ਕਰਨ ਦੇਣਾ ਚਾਹੁੰਦੇ, ਇਸ ਕਰਕੇ ਸਟੇਟ ਨੂੰ ਡਿਸਮੈਂਟਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਸਟੇਟ ਦੇ ਲਾਅ ਐਂਡ ਆਰਡਰ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਵੇਂ? सेंटर सरकार ने, अमित शाह जी ने, साडे गृह मंत्री साहब ने 3 बार मुख्यमंत्री ਨੂੰ ਕਿਹਾ ਕਿ ਜੇ ਮੇਰੀ ਲੋੜ ਹੈ ਮੈਨੂੰ ਦੱਸੋ, ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹੈ। ਦਿੱਲੀ ਪੁਲਿਸ ਇਹਨਾਂ ਦੀ ਮਦਦ ਕਰ ਰਹੀ ਹੈ, IB ਇਹਨਾਂ ਦੀ ਮਦਦ ਕਰ ਰਹੀ ਹੈ, NIA ਇਹਨਾਂ ਦੀ ਮਦਦ ਕਰ ਰਹੀ ਹੈ, ਸਾਰੇ ਇਨਪੁਟਸ ਸਰਕਾਰ ਨੂੰ ਦਿੱਤੇ ਜਾ ਰਹੇ ਹਨ। ਪਰ ਜਦ ਤੁਹਾਡੇ ਚੀਫ ਮਿਨਿਸਟਰ ਸਾਹਿਬ ਨੂੰ ਸਮਾਂ ਹੀ ਨਹੀਂ ਹੈ ਪੰਜਾਬ ਦੇ ਕੰਮਾਂ ਵਾਸਤੇ, ਜਾਂ ਤਾਂ ਹਿਮਾਚਲ ਬੈਠੇ ਜਾਂ ਗੁਜਰਾਤ ਬੈਠੇ, ਹਿਮਾਚਲ ਬੈਠੇ ਹੋ ਗੁਜਰਾਤ ਬੈਠੇ, ਤੇ ਹੁਣ ਦੇਖਦੇ और आप की इंटरफेरेंस कर सकते हो? बीजेपी की तो 2 सीटां है, कांग्रेस की 18 है, अकाली दल की 2 है, कित्थे इंटरफेरेंस हो सकती है? इन्हां दे कोल तो इन्ना सुनहरा मौका सी लोगों की सेवा करन दा, पर कर नहीं सकते क्योंकि इन्हां ने भी देखो लोगों को बहुत गुमराह किया। इन्हां ने हरेक जिथे धरना लग्या सी पिछले 5 साल, इन्हां ने उस धरने दे विच जाके अग लाई है, लोगों को क्या करो जी करो, धरने करो, आपां तुहाडे नाल है जद साडी सरकार आएगी। और इन्हां नूं पता सी कि यह जो लोग डिमांड कर रहे, कई सारी डिमांडा सिरे नहीं चढ़ सकती, पर फिर भी इन्हां ने लोगों को खराब करने वास्ते, पंजाब नूं बर्बाद करने वास्ते, अपने आप नूं जिताण वास्ते इन्हां ने लोगों को गलत असीसा दी, गलत वायदे किए, तो अज पंजाब जल रहा है, फाइनैंशियली बैंकरप्ट है, लॉ एंड ऑर्डर प्रति आप बैंकरप्ट है। ਤੁਸੀਂ ਦੇਖ ਲਓ ਹੋਰ ਕੀ ਰਹਿ ਗਿਆ। ਜਿਸ ਤਰ੍ਹਾਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਲਾਅ ਐਂਡ ਆਰਡਰ ਇੱਥੇ ਸਥਿਤੀ ਠੀਕ ਨਹੀਂ ਹੈ, ਪਰ ਜਦੋਂ ਤੁਸੀਂ ਨੈਸ਼ਨਲ ਲੀਡਰਸ਼ਿਪ ਨਾਲ ਆਪਣੇ ਮਿਲਦੇ ਹੋ, ਅਮਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਮੋਦੀ ਨਾਲ ਜਦੋਂ ਸਟੇਟ ਲੀਡਰਸ਼ਿਪ ਗੱਲ ਕਰ ਰਹੀ ਹੈ, ਕੀ ਫੀਡਬੈਕ ਉਹਨਾਂ ਨੂੰ ਦੇ ਰਹੇ ਹੋ, ਔਰ ਕੀ ਉਹ ਦੱਸ ਰਹੇ ਨੇ ਤੁਹਾਨੂੰ ਕਿ ਕਿਸ ਤਰ੍ਹਾਂ ਫਿਰ ਜੇ ਵਾਕਈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਤੇ ਫਿਰ ਇਹਨੂੰ ਕੇਂਦਰ ਸਰਕਾਰ ਕਿਵੇਂ ਦੇਖ ਰਹੀ ਹੈ? ਦੇਖੋ ਕੇਂਦਰ ਸਰਕਾਰ ਦੇ ਵੀ ਹੱਥ ਬੰਦੇ, ਆਪਾਂ ਤਾਂ ਸਿਰਫ ਆਪਣਾ ਆਫਰ ਹੀ ਕਰ ਸਕਦੇ ਕਿ ਜੇ ਤੁਹਾਨੂੰ ਸਾਡੀ ਮਦਦ ਚਾਹੀਦੀ ਹੈ, ਜੇ ਆਪਾਂ ਜ਼ਿਆਦਾ ਦਖਲਅੰਦਾਜ਼ੀ ਲੈਂਦੇ ਨਹੀਂ ਮਦਦ नहीं लेंदे, मैनू तो नहीं लग रहा ले रहे, जे लेने बॉर्डर ते थोड़ा बहुत हो रहा, हुण BSF कर रही है, बट ਇਹ ਤਾਂ ਲਗਾਤਾਰ ਮਿਲ ਵੀ ਰਹੇ ਨੇ ਸੀਐਮ ਭਗਵੰਤ ਮਾਨ ਮਿਲ ਰਹੇ, ਪਰ ਸਾਨੂੰ ਨਹੀਂ ਦੱਸ ਰਹੇ ਕੀ। ਦੇਖੋ ਇਹ ਵੀ ਭਗਵੰਤ ਮਾਨ ਸਾਹਿਬ ਆ ਕੇ ਬਾਹਰ ਦੱਸਦੇ ਨਹੀਂ ਹੈ ਕੀ ਗੱਲ ਕਰਕੇ ਆਏ ਆ। ਦੇਖੋ ਪਿਛਲੇ 3 ਮਹੀਨੇ ਦੇ ਵਿੱਚ 2 ਬਾਰ ਕਿਸਾਨ ਅੰਦੋਲਨ ਦੁਬਾਰਾ ਹੋਇਆ, एक बार तो मेरे हल्के जे संगरूर, क्योंकि भगवंत मान जी उत्थे ही रहंदे हैं, और एक बार थोड़े जे बाहर धरने हुए सीगे, ते दोनों बार इन्हां दे मंत्रियों ने जाके किसानां नाल गल कीती, किसानां ने अपने धरने बंद किए, पर पब्लिकली हाले तक भगवंत मान सरकार ने पब्लिक नूं नहीं दसिया कि की कमिटमेंट की गई है किसानां दे नाल। सानू तो नहीं पता, ना पब्लिक नूं पता है कि की गल्लां हुई है। किसानां ने ठीक है अपना धरना रोकिया, पर कमिटमेंट की है? तुहानूं किस चीज़ दा शक लग रहा? मैनू लग रहा कि ये ड्रामे कर रहे हैं, फिर धरने होणगे। आप ही धरने लवांदे ने फिर? नहीं, मैनू लगता है झूठ बोलते हैं, फिर फ्रस्ट्रेट करेंगे लोगों को। मतलब जो सही जो आश्वासन उन्होंने सिर्फ दिखाना कि यार धरने बंद कर दो, गुजरात की चोन चल रही है, आप बंद करा दिए धरने, यही होना। हिमाचल की इलैक्शन चल रही है, उत्थे यार अखबार च ना आए, झूठे वायदे करते, वायदे तो पूरे करने नहीं है। फाइनैंशियली स्टेट बैंकरप्ट है, की करेंगे? होर धरने लगणगे, होर की होना? आज बच्चे वो कहता सी कि आपां रोजगारी, एक भी इंडस्ट्री नाल ये गल कर रहा हो, एक भी जे ये माहौल हालातां दे विच जिथे एक्सटॉर्शन खुलेआम हो रही है, तुसीं मैनूं दसो कौन सा इंडस्ट्रीलिस्ट आके इत्थे इंडस्ट्री लाएगा? जलंधर बंद कर रही है इंडस्ट्री,
ਲੁਧਿਆਣਾ ਇੰਡਸਟਰੀ ਬੰਦ ਹੋ ਰਹੀ ਹੈ, ਗੋਬਿੰਦ ਵੈਸੀ ਬੰਦ ਹੋ ਗਈ ਹੈ, ਤੇ ਕਿੱਥੇ ਇੰਡਸਟਰੀ ਹੱਲ ਲੱਗਣੀ ਕੀ ਹੋਏਗਾ ਫਿਰ ਇਹਦਾ? ਕੀ ਹੱਲ ਤੁਸੀਂ ਸਮਝਦੇ ਹੋ? ਦੇਖੋ- ਕੀ ਹੋਣਾ ਚਾਹੀਦਾ? ਕਿਸ ਤਰ੍ਹਾਂ ਸਰਕਾਰ ਨੂੰ ਕੰਮ ਕਰਨਾ ਚਾਹੀਦਾ, ਜਾਂ ਫਿਰ ਕੇਂਦਰ ਸਰਕਾਰ? ਜੋ ਮੈਂ ਤੁਹਾਡੀ ਗੱਲਾਂ ਤੋਂ ਸਮਝ ਪਾ ਰਿਹਾ ਕਿ ਚਿੰਤਾ ਜੋ ਤੁਸੀਂ ਇਲਜ਼ਾਮ ਲਗਾ ਰਹੇ ਹੋ, ਲਾਅ ਐਂਡ ਆਰਡਰ ਦੇ ਲੈ ਕੇ ਚਿੰਤਾ ਤੇ ਹੈ, ਚਾਹੇ ਅਮਿਤ ਸ਼ਾਹ ਹੋਣ, ਚਾਹੇ ਉਹ ਪ੍ਰਧਾਨ ਮੰਤਰੀ ਮੋਦੀ ਹੋਣ, ਪਰ ਉਹ ਬੈਠ ਕੇ ਦੇਖ ਰਹੇ ਨੇ ਕਿ ਉਹਨਾਂ ਦੇ ਹੱਥ ਵਸ ਕੁਝ ਹੈ ਨਹੀਂ, ਇਹ ਸਥਿਤੀ ਲੱਗ ਰਹੀ ਹੈ। ਦੇਖੋ, ਆਮ ਆਦਮੀ ਸਰਕਾਰ ਨੂੰ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਹੈ ਪੰਜਾਬ ਦੇ ਭਲੇ ਵਾਸਤੇ। ਮੈਂ ਤੁਹਾਨੂੰ ਗਾਰੰਟੀ ਨਾਲ ਕਹਿ ਸਕਦਾ ਕਿ ਜੋ ਸਾਡੀ ਬੀਜੇਪੀ ਦੀ ਸਰਕਾਰ ਹੈ ਦਿੱਲੀ, ਉਹ ਪੰਜਾਬ ਦਾ ਭਲਾ ਚਾਹੁੰਦੀ ਹੈ ਔਰ ਉਹ ਸਰਕਾਰ ਦੀ ਮਦਦ ਕਰੇਗੀ, ਪਰ ਸਰਕਾਰ ਨੂੰ ਜਾ ਕੇ ਪੁੱਛਣਾ ਤਾਂ ਚਾਹੀਏ ਕਿ ਕੋਈ ਪ੍ਰਪੋਜ਼ਲ ਲੈ ਕੇ ਜਾਣ। ਇਹ ਨਹੀਂ ਕਿ ਸਾਨੂੰ ਪੈਸਾ ਦੇ ਦਿਓ, ਕਿਉਂਕਿ ਪੈਸਾ ਦੇਣ ਨਾਲ ਪੰਜਾਬ ਦਾ ਹੱਲ ਨਹੀਂ ਹੋਣਾ। ਇੱਥੇ ਇੱਕ ਬਲੂਪ੍ਰਿੰਟ ਲੈ ਕੇ ਜਾਣਾ ਚਾਹੀਦਾ ਕਿ ਸਾਨੂੰ ਇੰਡਸਟਰੀ ਸਾਡੀ ਮਦਦ ਕਰੋ, ਕਿ ਸਾਡੇ ਪੰਜਾਬ 'ਚ ਇੰਡਸਟਰੀ ਲੱਗੇ। ਟਾਟਾ ਨਾਲ ਗੱਲ ਕਰੋ, ਅਡਾਨੀ ਨਾਲ ਗੱਲ ਕਰੋ, ਅੰਬਾਨੀ ਨਾਲ ਗੱਲ ਕਰੋ, ਜਾਂ ਬਲੈਤੀ ਕੰਪਨੀਆਂ ਨਾਲ ਗੱਲ ਕਰੋ ਕਿ ਦੇਖੋ ਸਾਡੇ ਮਾਲਵੇ ਦੇ ਵਿੱਚ ਐਗਰੀਕਲਚਰ ਇੰਡਸਟਰੀ ਲੱਗ ਸਕਦੀ ਹੈ, ਸਾਡੇ ਅਨੰਦਪੁਰ ਸਾਹਿਬ ਵੱਡੇ ਕਾਰਖਾਨੇ ਲੱਗ ਸਕਦੇ, ਹੋਰ ਚੀਜ਼ਾਂ ਲੱਗ ਸਕਦੀ ਹੈ, ਫਿਰੋਜ਼ਪੁਰ ਇਲਾਕੇ ਦੇ ਵਿੱਚ ਵੀ ਡਿਫਰੈਂਟ ਕਾਰਖਾਨੇ ਲੱਗ ਸਕਦੇ। ਜਦ ਤੱਕ ਆਪਾਂ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਕਾਰਖਾਨੇ ਜਾਂ ਮਿਡ ਲੈਵਲ ਦੇ ਕਾਰਖਾਨੇ ਨਹੀਂ ਪੈਦਾ ਕਰਾਂਗੇ, ਸਾਡੇ ਬੱਚਿਆਂ ਨੂੰ ਰੋਜ਼ਗਾਰ ਨਹੀਂ। ਦੂਜੇ ਪਾਸੇ ਉਹੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਤੁਸੀਂ ਕਹਿ ਰਹੇ ਕਿ ਲੋਕ ਡਰਨਗੇ ਵੀ, ਇੱਥੋਂ ਇੰਡਸਟਰੀ ਲਗਾਉਣ ਦੇ ਵਿੱਚ ਡਰਨਗੇ। ਜਿਸ ਤਰ੍ਹਾਂ ਹੁਣ ਆਪਾਂ ਦੇਖਿਆ ਕਿ ਆਰਪੀਜੀ ਅਟੈਕਸ ਹੋ ਰਹੇ ਨੇ, ਜਾਂ ਲਾਅ ਐਂਡ ਆਰਡਰ ਨੂੰ ਲੈ ਕੇ ਬਾਰ-ਬਾਰ ਮੈਂ ਉਹੀ ਸਵਾਲ ਕਰ ਰਿਹਾ, ਇਹਦੇ ਕਿਤੇ ਨਾ ਕਿਤੇ ਤਾਂ ਨੈਸ਼ਨਲ ਇਮੇਜ ਵੀ ਤਾਂ ਇਹਦੇ ਨਾਲ ਖਰਾਬ ਹੁੰਦੀ ਹੈ, ਕਿ ਕੇਂਦਰ ਸਰਕਾਰ ਇਹ ਵੀ ਤਾਂ ਦੇਖ ਰਹੀ ਹੋਏਗੀ ਕਿ ਲੋਕ ਇੱਥੇ ਇਨਵੈਸਟ ਕਰਨ ਤੋਂ ਡਰ ਰਹੇ ਹੋਣਗੇ, ਜਾਂ ਫਿਰ ਰਾਸ਼ਟਰੀ ਸਤਰ ਤੇ ਵੀ ਇੱਥੇ ਦੀ ਇਮੇਜ ਜਿਹੜੀ ਹੈ ਇਸ ਤਰ੍ਹਾਂ ਖਰਾਬ ਜਾਂਦੀ ਹੋਏਗੀ ਹੋਰਾਂ ਮੁਲਕਾਂ ਦੇ ਵਿੱਚ। ਤੁਸੀਂ ਜਾਂ ਸਟੇਟ ਦੀ ਲੀਡਰਸ਼ਿਪ ਸੋਚ ਰਹੀ ਹੈ ਕੁਝ ਕਿ ਆਪਾਂ ਜਾ ਕੇ ਕੇਂਦਰ ਸਰਕਾਰ ਤੋਂ ਮਦਦ ਲੈ ਸਕੀਏ, ਕੇਂਦਰ ਸਰਕਾਰ ਇੰਟਰਵੀਨ ਕਰੇ? ਨਹੀਂ, ਕੇਂਦਰ ਸਰਕਾਰ ਤਾਂ ਗੱਲ ਕਰੀ। ਦੇਖੋ, ਇੱਕ ਕਨਸਟੀਟਿਊਸ਼ਨ ਹੈ, ਕਨਸਟੀਟਿਊਸ਼ਨ ਦੇ ਮੁਤਾਬਿਕ ਆਪਾਂ ਕੇਂਦਰ ਸਰਕਾਰ ਇੱਕ ਹੱਦ ਤੋਂ ਜ਼ਿਆਦਾ ਇੰਟਰਫੇਅਰ ਕਰ ਨਹੀਂ ਸਕਦੀ। ਅਦਰਵਾਈਜ਼ ਫਿਰ ਲੋਕ ਕਹਿਣ ਲੱਗ ਜਾਣਗੇ ਕਿ ਜੀ ਤੁਸੀਂ ਇੰਟਰਫੇਅਰ ਕਰ ਰਹੇ ਹੋ। ਕੋਈ ਲੋਕ ਤਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟਸ ਰੂਲ ਆਉਣਾ ਚਾਹੀਦਾ ਹੈ, ਪਰ ਹਲੇ ਉਹ ਮਾਹੌਲ ਹੈ ਨਹੀਂ, ਪਰ ਬਣ ਰਿਹਾ। ਜਿਸ ਤਰੀਕੇ ਨਾਲ ਪੰਨੂ ਜੈਸੇ ਲੋਕਾਂ ਨੂੰ ਛੂਟ ਦਿੱਤੀ ਜਾ ਰਹੀ ਹੈ, ਜਿਸ ਤਰੀਕੇ ਨਾਲ ਅੱਜ ਤੁਸੀਂ ਹਰੇਕ ਵਪਾਰੀ ਨਾਲ, ਮੈਂ ਗਾਰੰਟੀ ਕਹਿੰਦਾ ਤੁਹਾਨੂੰ ਕਿ ਵਪਾਰੀਆਂ ਨੂੰ ਜਿੰਨਾ ਐਕਸਟੋਰਸ਼ਨ ਵਪਾਰੀਆਂ ਤੋਂ ਲਿੱਤਾ ਜਾ ਰਿਹਾ, ਵਪਾਰੀ ਵਿਚਾਰੇ ਚੁੱਪ ਹੈ ਕਿਉਂਕਿ ਉਹ ਕਹਿਣਾ ਨਹੀਂ ਚਾਹੁੰਦੇ, ਲਾਈਮਲਾਈਟ 'ਚ ਆਉਣਾ ਨਹੀਂ ਚਾਹੁੰਦੇ। ਪਰ ਗੋਲੀਆਂ ਜੀ, ਇਹਦਾ ਨਤੀਜਾ ਫਿਰ ਜੋ ਗੱਲਾਂ ਤੁਸੀਂ ਦੱਸ ਰਹੇ ਹੋ, ਆਪਾਂ ਇਹਦੇ ਤੇ ਵੀ ਵਿਸਤਾਰ ਨਾਲ ਚਰਚਾ ਕਰਾਂਗੇ। ਅੰਮ੍ਰਿਤਪਾਲ ਉਹਨਾਂ ਦਾ ਉਹ ਇਸ਼ੂ ਹੈ, ਜਾਂ ਫਿਰ ਗੁਰਵੰਤ ਸਿੰਘ ਪੰਨੂ ਦਾ ਜੋ ਤੁਸੀਂ ਦੱਸ ਰਹੇ ਹੋ, ਕਿ ਇਹਦਾ ਨਤੀਜਾ ਪ੍ਰੈਜ਼ੀਡੈਂਟ ਰੂਲ ਵੱਲ ਜਾ ਰਿਹਾ? ਨਹੀਂ, ਦੇਖੋ, ਜੇ ਲਾਅ ਐਂਡ ਆਰਡਰ ਨੂੰ ਤੁਸੀਂ ਉਸ ਪਾਸੇ ਧਿਆਨ ਨਹੀਂ ਦਿਓਗੇ, ਔਰ ਜੇ ਇਸ ਤਰੀਕੇ ਨਾਲ ਅਟੈਕਸ ਹੋਣਗੇ ਸਾਡੇ ਸੂਬੇ ਦੇ ਵਿੱਚ, ਜੇ ਇਸ ਤਰੀਕੇ ਨਾਲ ਵਪਾਰੀ ਲੋਕਾਂ ਨੂੰ ਗੋਲੀਆਂ ਲੱਗਣਗੀ, ਮਰਨਗੇ ਲੋਕ, ਜੇ ਲੋਕ ਡਰੇ ਹੋਏ ਆ। ਅੱਜ ਕੋਈ ਸ਼ਾਮ ਨੂੰ ਤਾਂ ਇੱਕ ਸੜਕਾਂ ਖਾਲੀ ਰਹਿੰਦੀ ਹੈ, ਹੁਣ ਸ਼ਹਿਰ ਦੀ ਸੜਕਾਂ ਖਾਲੀ ਰਹਿੰਦੀ। ਜੀਟੀ ਰੋਡ ਤੋਂ ਵੱਖਰੀ ਗੱਲ ਹੈ, ਮੈਂ ਕਹਿੰਦਾ ਜੋ ਆਪਣੇ ਹਾਈਵੇਜ਼ ਹੈ, ਪਰ ਜੋ ਛੋਟੇ ਸੜਕਾਂ ਦੇ ਵਿੱਚ ਵੀ ਇੰਨਾ ਲੁੱਟਮਾਰ ਬਣ ਗਿਆ ਹੈ ਕਿ ਲਾਅ ਐਂਡ ਆਰਡਰ ਦਾ ਤਾਂ ਹਾਲ ਬੁਰਾ ਹੈ। ਇਹ ਫੀਡਬੈਕ ਫਿਰ ਤੁਸੀਂ ਉੱਪਰ ਦੇ ਰਹੇ ਹੋ? ਆਪਾਂ ਤਾਂ ਦੇ ਰਹੇ, ਰੋਜ਼ ਦੇ ਰਹੇ। ਮੈਂ ਤਾਂ ਆਪਣੇ ਸੋਸ਼ਲ ਮੀਡੀਆ ਤੇ ਵੀ ਦਿੰਦਾ। ਮੈਂ ਤਾਂ ਪਰਸੋਂ ਵੀ ਪੰਨੂ ਨੂੰ ਪੜ੍ਹਿਆ ਝਾੜਿਆ। ਤੁਹਾਡਾ ਮੰਨਣਾ ਹੈ ਕਿ ਪ੍ਰੈਜ਼ੀਡੈਂਟ ਰੂਲ ਲੱਗ ਜਾਣਾ ਚਾਹੀਦਾ? ਨਹੀਂ, ਮੈਂ ਅੱਜ ਦੀ ਘੜੀ ਨਹੀਂ ਕਹਿੰਦਾ, ਪਰ ਜੇ ਆਪਾਂ ਆਪਣੇ ਆਪ ਨੂੰ ਸੰਭਾਲਾਂਗੇ ਨਹੀਂ ਤਾਂ ਫਿਰ ਲੱਗਣਾ ਚਾਹੀਦਾ। ਆਪਾਂ ਪੰਜਾਬ ਨੂੰ, ਜਦ ਪੰਜਾਬ ਜਲ ਜਾਏਗਾ ਉਹਦੇ ਬਾਅਦ ਆਪਾਂ ਸੋਚਾਂਗੇ, ਨਹੀਂ ਪਹਿਲੇ ਸੋਚਣਾ ਪੈਣਾ। ਪਰ ਮੈਂ ਨਹੀਂ ਕਹਿੰਦਾ ਕਿ ਅੱਜ ਉਹ ਸਮਾਂ ਆ ਗਿਆ, ਪਰ ਜੇ ਆਪਾਂ ਆਪਣੇ ਆਪ ਨੂੰ, ਜੇ ਪੰਜਾਬ ਸਰਕਾਰ ਆਪਣੇ ਆਪ ਨੂੰ ਨਹੀਂ ਸੰਭਾਲੇਗੀ ਤੇ ਸਮਾਂ ਆ ਜਾਣਾ ਹੈ। ਮੇਰਾ ਤਾਂ ਇਹ ਕਹਿੰਦਾ ਬਾਪ। ਅਰਵਿੰਦ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਗੁਰਪਤਵੰਤ ਸਿੰਘ ਪੰਨੂ ਦੀ ਗੱਲ ਕਰ ਰਹੇ ਹੋ, ਜਾਂ ਅੰਮ੍ਰਿਤਪਾਲ ਦੇ ਜੋ ਇਸ ਵੇਲੇ ਜਿਸ ਤਰ੍ਹਾਂ ਉਹਨਾਂ ਦਾ ਇਸ਼ੂ ਹੈ, ਕਈ ਵਾਰੀ ਉਹ ਜੋ ਉਹਨਾਂ ਦੇ ਸਪੀਚਿਸ ਆ ਰਹੇ ਨੇ ਉਹਦੇ ਕੋਈ ਹੱਕ 'ਚ ਵੀ ਲੋਕ ਵੀ ਨੇ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਲੋਕ ਨੇ, ਪਰ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਕਿ ਜਿਹੜੀ ਸੂਬੇ ਦੀ ਸ਼ਾਂਤੀ ਹੈ ਉਹ ਭੰਗ ਹੋ ਸਕਦੀ ਹੈ। ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਕਿ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ? ਅੰਮ੍ਰਿਤਪਾਲ ਜਿਸ ਤਰ੍ਹਾਂ ਦੇ ਭਾਸ਼ਣ ਦੇ ਰਹੇ ਨੇ, ਜਾਂ ਅੰਮ੍ਰਿਤਪਾਲ ਜਿਸ ਤਰ੍ਹਾਂ ਘੁੰਮ ਰਹੇ ਨੇ, ਹਾਲਾਂਕਿ ਇੱਕ ਪਾਸੇ ਤੋਂ ਲੋਕਾਂ ਨੂੰ ਅੰਮ੍ਰਿਤ ਛਕਾ ਰਹੇ ਨੇ, ਵਧੀਆ ਕੰਮ ਵੀ ਕਰ ਰਹੇ ਨੇ, ਪਰ ਦੂਜੇ ਪਾਸੇ ਉਹਨਾਂ ਤੇ ਐਲੀਗੇਸ਼ਨਸ ਵੀ ਲੱਗ ਰਹੇ ਨੇ, ਤਾਂ ਉਹ ਤੁਸੀਂ ਤਸਵੀਰ ਕਿਵੇਂ ਦੇਖਦੇ ਹੋ? ਮੈਂ ਵੀ ਬੜੀ ਬਰੀਕੀ ਨਾਲ ਅੰਮ੍ਰਿਤਪਾਲ ਜੀ ਦੀ ਮੂਵਮੈਂਟ ਇਨੀਸ਼ੀਅਲੀ ਦੇਖੇ ਸੀ, ਔਰ ਮੈਂ ਵੀ ਥੋੜਾ ਜਿਹਾ ਘਬਰਾਇਆ ਹੋਇਆ ਸੀ ਇਨੀਸ਼ੀਅਲੀ, ਪਰ ਹਾਲੇ ਉਹਨਾਂ ਨੇ ਕੋਈ ਐਸਾ ਕੋਈ ਕਦਮ ਜਾਂ ਐਸਾ ਕੋਈ ਗਲਤ ਸ਼ਬਦ ਬੋਲਿਆ ਨਹੀਂ ਆ। ਉਹ ਅੰਮ੍ਰਿਤ ਛਕਾ ਰਹੇ, ਲੋਕਾਂ ਨੂੰ ਨਸ਼ਾ ਤੋਂ ਦੂਰ ਕਰ ਰਹੇ, ਲੋਕਾਂ ਨੂੰ ਆਪਣੇ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ, ਬੜੀ ਚੰਗੀ ਗੱਲ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਐਸੀ ਸਾਨੂੰ ਅੰਮ੍ਰਿਤਪਾਲ ਤੇ ਹਮੇਸ਼ਾ ਸ਼ੱਕ ਕਰਨਾ ਚਾਹੀਦਾ। ਆਪਾਂ ਉਹਨੂੰ ਮੌਕਾ ਦਈਏ, ਦੇਖੀਏ ਉਹ ਕੀ ਕਰਦੇ। ਬਟ ਜੋ ਪੰਨੂ ਜੈਸੇ ਲੋਕ ਹੈ, ਇਹ ਡਰਪੋਕ ਲੋਕ ਜੋ ਕੈਨੇਡਾ, ਇੰਗਲੈਂਡ, ਅਮਰੀਕਾ 'ਚ ਬੈਠੇ ਆ ਔਰ ਆਪਣੇ ਫਾਇਦੇ ਵਾਸਤੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ, ਉਹਨਾਂ ਦੇ ਖਿਲਾਫ ਤਾਂ ਸਾਨੂੰ ਬਹੁਤ
ਸਟ੍ਰਿਕਟ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਤਾਂ ਕੱਲ ਵੀ ਕਿਹਾ ਸੀ ਕਿ ਗ੍ਰਹਿ ਮੰਤਰੀ ਸਾਹਿਬ ਨੂੰ ਦੁਬਾਰਾ ਜੋ ਸਾਡੇ ਪੰਨੂ ਦੇ ਖਿਲਾਫ ਜੋ ਰੈੱਡ ਕਾਰਨਰ ਨੋਟਿਸ ਹੈ, ਜੋ ਆਪਾਂ ਐਕਸਟ੍ਰੈਡੀਸ਼ਨ ਦੀ ਡਿਮਾਂਡ ਕੀਤੀ ਹੈ, ਉਹਨੂੰ ਦੁਬਾਰਾ ਆਪਾਂ ਤੇਜ਼ੀ ਨਾਲ ਕਰ ਵੀ ਨਹੀਂ ਨਾ ਪਾਈ ਕੇਂਦਰ ਸਰਕਾਰ। 2000 ਮੈਨੂੰ ਯਾਦ ਹੈ 2015 ਤੋਂ ਗੁਰਪਤਵੰਤ ਸਿੰਘ ਪੰਨੂ ਦੀ ਵੈਬਸਾਈਟ ਹੈ ਜਾਂ ਸਿੱਖ ਫॉर ਜਸਟਿਸ ਉਹਨੂੰ ਬੈਨ ਕਰ ਦਿੰਦੀ ਹੈ ਕੇਂਦਰ ਸਰਕਾਰ। ਲਗਾਤਾਰ ਬੈਨ ਤੇ ਬੈਨ ਲੱਗ ਰਹੇ ਨੇ, ਪਰ ਜੋ ਉਹਨਾਂ ਦੀ ਕਾਰਵਾਈਆਂ ਨੇ, ਜੇ ਉਹ ਕਿੱਥੇ ਰੈਫਰੈਂਡਮ ਕਰਾਉਣਾ ਚਾਹੁੰਦੇ ਨੇ ਉਹ ਵੀ ਬੜੇ ਵਧੀਆ ਤਰੀਕੇ ਦੇ ਨਾਲ ਹੋ ਰਿਹਾ। ਕੋਈ ਹੋਰ ਜਿਹੜਾ ਦੇਸ਼ ਹੈ ਉਹ ਨਹੀਂ ਮਨਾ ਕਰ ਰਿਹਾ, ਉਹਨੂੰ ਰੈਫਰੈਂਡਮ ਵੀ ਹੋ ਰਿਹਾ, ਫਿਰ ਉੱਥੇ ਕਿਉਂ ਕਮਜ਼ੋਰ ਹੋ ਰਹੀ ਹੈ ਕੇਂਦਰ ਸਰਕਾਰ ਵਿਦੇਸ਼ ਨੀਤੀ ਦੇ ਵਿੱਚ? ਦੇਖੋ ਪ੍ਰੋਬਲਮ ਹੈ ਕੈਨੇਡਾ ਦੇ ਵਿੱਚ। ਕੈਨੇਡਾ ਦੇ ਵਿੱਚ ਸਾਡੇ ਇਹਨੇ ਸਿੱਖ ਭਾਈਚਾਰਾ ਬੈਠਾ ਹੈ ਤੇ ਉਹਦੀ ਆਪਣੀ ਇੰਟਰਨਲ ਪੋਲਿਟਿਕਸ ਕਰਕੇ ਉਹ ਪੰਨੂ ਨੂੰ ਕੁਝ ਨਹੀਂ ਕਹਿ ਰਹੇ, ਪਰ ਹਕੀਕਤ ਹੈ ਜੇ ਕहीं ਹੋਰ ਹੀ ਬੈਠਾ ਹੁੰਦਾ ਤੇ 100% ਇਹਨੂੰ ਐਕਸਟ੍ਰੈਡਾਈਜ਼ ਹੁੰਦਾ। ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਦੀ ਐਕਸਟ੍ਰੈਡੀਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਇਹ ਜੋ ਕਰ ਰਿਹਾ ਇੱਥੇ, ਦੇਖੋ ਅੱਤਵਾਦ ਦੇ ਸਮੇਂ ਇਹਨੇ ਲੋਕ ਇਸ ਸੂਬੇ ਨੇ ਇਹਨੇ ਬੱਚੇ ਸਾਡੇ ਛੱਡ ਕੇ ਚਲੇ ਗਏ ਸੀ, ਉਹਨਾਂ ਦੇ ਕਤਲ ਹੋ ਗਏ, ਮੌਤ ਹੋ ਗਏ, ਪਰ ਇਹਨਾਂ ਲੋਕਾਂ ਨੇ ਉਹਨਾਂ ਦੇ ਬਾਰੇ ਕੁਝ ਸੋਚਿਆ ਕਿ ਇਹ ਜੋ ਲੋਕ ਜਿਨ੍ਹਾਂ ਨੇ ਇਹਨਾਂ ਦੇ ਕਹਿਣ 'ਚ ਲੜਾਈਆਂ ਲੜੀ, ਕੁਰਬਾਨੀਆਂ ਦਿੱਤੀ, ਫੈਮਿਲੀਜ਼ ਬਰਬਾਦ ਹੋ ਗਈ, ਉਹਨਾਂ ਦੇ ਬਾਰੇ ਕਦੀ ਸੋਚਿਆ? ਪੈਸਾ ਇਹਨਾਂ ਨੇ ਜ਼ਰੂਰ ਇਕੱਠਾ ਕੀਤਾ, ਉਹਨਾਂ ਨੂੰ ਆ ਕੇ ਕੁਝ ਦਿੱਤਾ? ਮੈਨੂੰ ਕੱਲ ਹੀ ਕੋਈ ਕਹਾਣੀ ਦੱਸ ਰਿਹਾ ਸੀ ਕਿ ਜੋ ਐਸੇ ਪਰਿਵਾਰ ਹਨ ਜੋ ਅੱਤਵਾਦ ਦੇ ਨਾਲ ਜੁੜੇ ਸੀ, ਉਹਨਾਂ ਦੇ ਪਰਿਵਾਰ ਰੁਲੇ ਪਏ ਆ, ਰੁਲੇ ਪਏ। ਔਰ ਜ਼ਿੰਮੇਵਾਰੀ ਕਿਹਨਾਂ ਨੂੰ ਉਹਨਾਂ ਨੇ ਗੁੰਮਰਾਹ ਕੀਤਾ? ਪੰਨੂ ਜੈਸੇ ਲੋਕ ਜੋ ਆਪ ਕੈਨੇਡਾ 'ਚ ਬਹਿ ਕੇ ਆਯਾਸ਼ੀ ਕਰਦੇ ਤੇ ਇੱਥੇ ਇਹਨਾਂ ਨੂੰ ਇਸ ਤਰੀਕੇ ਨਾਲ ਕਰਦੇ। ਇਹ ਚੀਜ਼ਾਂ ਸਾਨੂੰ ਲੋਕਾਂ ਦੇ ਵਿੱਚ ਹੋਰ ਗੱਲ ਕਰਨ ਦੀ ਲੋੜ ਹੈ। ਪਰ ਮੇਰਾ ਜੋ ਮੈਨੂੰ ਜੋ ਲੱਗਦਾ ਹੈ ਕਿ ਜੇ ਆਪਾਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਚਾਹੁੰਦੇ, ਜੇ ਪੰਜਾਬ ਦੇ ਵਿੱਚ ਲੋਕ ਪੰਨੂ ਜੈਸੇ ਲੋਕ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹੈ, ਫਿਰ ਦੂਜਾ ਡਰੱਗਸ ਦੀ ਗੱਲ ਹੋ ਰਹੀ ਹੈ, ਫਿਰ ਛੋਟੇ ਗੈਂਗਸਟਰਾਂ ਦੀ ਗੱਲ ਹੋ ਰਹੀ ਹੈ, ਇਹਦਾ ਸਾਰਾ ਇੱਕ ਹੀ ਮੈਨੂੰ ਲੱਗਦਾ ਹੱਲ ਇੱਕ ਆ। ਜੇ ਆਪਾਂ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇੰਡਸਟਰੀਲਾਈਜੇਸ਼ਨ ਪੈਦਾ ਕਰ ਲਈਏ, ਇੰਪਲੋਇਮੈਂਟ ਪੈਦਾ ਕਰ ਲਈਏ, ਸਾਡੇ ਬੱਚਿਆਂ ਨੂੰ ਚੰਗੀ ਦਿਸ਼ਾ ਦੇ ਦਈਏ, ਤੇ ਸਾਰੀ ਚੀਜ਼ਾਂ ਦੂਰ ਆ ਜਾਣਗੀਆਂ। ਬਟ ਸਾਡੇ ਇੱਥੇ ਨਾ ਪਿਛਲੇ 25 ਸਾਲ ਕਿਸੇ ਵੀ ਸਰਕਾਰ ਨੇ ਇੰਡਸਟਰੀ ਤੇ ਇੰਪਲੋਇਮੈਂਟ ਬਾਰੇ ਸੋਚਿਆ, ਇਸ ਕਰਕੇ ਪੰਜਾਬ ਦਾ ਇਹ ਹਾਲ ਹੈ। ਸਾਡੇ ਤੋਂ ਟੈਕਸ ਕਲੈਕਸ਼ਨ ਵੀ ਜ਼ੀਰੋ ਹੀ ਹੋਣੀ ਹੈ। ਹਰਿਆਣਾ, ਉੱਤਰ ਪ੍ਰਦੇਸ਼, ਉੜੀਸਾ ਜੈਸੇ ਸੂਬੇ ਸਾਡੇ ਅੱਗੇ ਨਿਕਲ ਗਏ, ਆਪਾਂ ਤਾਂ ਬਹੁਤ ਪਿੱਛੇ ਰਹਿ ਗਏ। ਹੁਣ ਮੇਰੇ ਖਿਆਲ ਵਿੱਚ 18 ਵਿੱਚ ਸਾਡਾ GDP ਪਰ ਕੈਪੀਟਲ ਇਨਕਮ ਆਪਾਂ 18 ਨੰਬਰ ਤੇ ਹੈ, ਜਿੱਥੇ ਇੱਕ ਸਮੇਂ ਪਹਿਲੇ ਨੰਬਰ ਤੇ। ਕੌਣ ਇਹਨੂੰ ਠੀਕ ਕਰ ਸਕਦਾ? ਕੌਣ ਇਕਨੋਮੀ ਨੂੰ ਠੀਕ ਕਰ ਸਕਦਾ? ਕੌਣ ਲਾਅ ਐਂਡ ਆਰਡਰ ਨੂੰ ਠੀਕ ਕਰ ਸਕਦਾ? ਜੇ ਆਮ ਆਦਮੀ ਪਾਰਟੀ ਤੁਸੀਂ ਤੁਹਾਡੇ ਮੁਤਾਬਕ ਨਹੀਂ ਠੀਕ ਕਰ ਰਹੇ। ਮੈਂ ਤਾਂ ਜਿੱਥੇ ਵੀ ਜਾਂਦਾ ਮੈਂ ਤਾਂ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਜੋ ਨਾਰਾ ਹੈ ਨਾ ਇਨਕਲਾਬ ਦਾ, ਇਹ ਇਨਕਲਾਬ ਨਾਰਾ ਬੰਦ ਕਰ ਦੇਣਾ ਚਾਹੀਦਾ। ਆਪਾਂ ਇਨਕਲਾਬ ਕਰਦੇ ਦੁਸ਼ਮਣ ਦੇ ਖਿਲਾਫ। ਸੈਂਟਰ ਸਰਕਾਰ ਸਾਡਾ ਵੱਡਾ ਭਰਾ ਹੈਗਾ। ਆਪਾਂ ਇੱਕ ਵਾਰ ਪੰਜਾਬ ਨੂੰ ਮੌਕਾ ਦਈਏ ਜਿੱਥੇ ਆਪਾਂ ਸਰਕਾਰ ਪੰਜਾਬ ਦੇ ਵਿੱਚ ਐਸੀ ਲੈ ਕੇ ਆਈਏ ਔਰ ਜਿਹਦੀ ਸੈਂਟਰ ਸਰਕਾਰ ਨਾਲ ਪੂਰੀ ਤਾਲਮੇਲ ਬਣ ਕੇ ਸਰਕਾਰ ਬਣਾਈਏ, ਤੇ ਇੱਕ ਵਾਰ ਉਹਨਾਂ ਨੂੰ ਵੀ ਮੌਕਾ ਦਈਏ। ਹਮੇਸ਼ਾ ਪੰਜਾਬ ਨੇ ਸਰਕਾਰ ਸੈਂਟਰ ਤੋਂ ਉਲਟ ਬਣਾਈ ਹੈ ਔਰ ਇਹਦਾ ਫਿਰ ਆਪਾਂ ਹੀ ਭੁਗਤੇ। ਤੇ ਇਸ ਕਰਕੇ ਮੇਰੀ ਤਾਂ ਇਹੀ ਸੋਚ ਹੈ ਕਿ ਆਪਾਂ ਇੱਕ ਵਾਰ ਸੈਂਟਰ ਦੇਖੋ, ਸੈਂਟਰ ਤੇ ਬਿਨਾ ਕੋਈ ਸੂਬਾ ਠੀਕ ਨਹੀਂ ਚੱਲ ਸਕਦਾ, ਕਿਉਂਕਿ ਸੈਂਟਰ ਬਹੁਤ ਕੁਝ ਸਾਡੀ ਮਦਦ ਕਰ ਸਕਦੀ ਹੈ। ਤੇ ਮੈਂ ਦੇਖਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਰਕਾਰ ਐਸੀ ਬਣੇ ਜੋ ਡਬਲ ਇੰਜਨ ਦੀ ਗੱਲ ਕਰ ਰਹੇ ਹੋ, ਪਰ ਤੁਹਾਨੂੰ ਲੱਗਦਾ ਹੈ ਕਿ ਡਬਲ ਇੰਜਨ ਸਰਕਾਰ ਕੀ ਕੇਂਦਰ 'ਚ ਵੀ ਬੀਜੇਪੀ ਹੋਵੇ ਔਰ ਇੱਥੇ ਵੀ ਬੀਜੇਪੀ ਹੋਵੇ, ਪਰ ਗੇਮ ਕਿਤੇ ਨਾ ਕਿਤੇ ਨੰਬਰਸ ਤੇ ਆ ਕੇ ਟਿਕੇਗੀ। 117 ਨੰਬਰ ਤੇ 117 ਦੇ ਵਿੱਚੋਂ 59 ਤਾਂ ਸੀਟਾਂ ਚਾਹੀਦੀਆਂ ਹੀ ਹੋਣਗੀਆਂ, ਪਰ ਤੁਹਾਨੂੰ ਲੱਗਦਾ ਕਿ ਬੀਜੇਪੀ ਹੁਣ ਇੰਨੀ ਕੋ ਤਿਆਰ ਹੈ ਕਿ ਅਗਲੇ 3-4 ਸਾਲਾਂ ਦੇ ਵਿੱਚ ਤੁਸੀਂ ਇਕੱਲੇ ਜਾ ਸਕਦੇ ਹੋ, ਜਾਂ ਫਿਰ ਅਰਵਿੰਦ ਖੰਨਾ ਉਹਨਾਂ ਨੂੰ ਇਹ ਲੱਗਦਾ, ਤੁਹਾਨੂੰ ਪਰਸਨਲੀ ਲੱਗਦਾ ਹੈ ਕਿ ਅਕਾਲੀ ਦਲ ਔਰ ਬੀਜੇਪੀ ਇਕੱਠੇ ਹੋ ਸਕਦੇ ਨੇ ਔਰ ਹੋਣਾ ਚਾਹੀਦਾ ਤਾਂ ਉਹ ਸਰਕਾਰ ਬਣ ਸਕਦੀ ਹੈ? ਦੇਖੋ, ਅਕਾਲੀ ਦਲ, ਬਾਦਲ ਤੇ ਬੀਜੇਪੀ ਇਕੱਠੇ ਨਹੀਂ ਹੋ ਸਕਦੇ, ਕੋਈ ਚਾਂਸ ਹੀ ਨਹੀਂ ਹੈ। दूसरी कोई पार्टियां हैं जो अलायंस करना चाहती है, मेरे ख्याल में पार्टी तो कोई ਇਹਦੇ ਵਿੱਚ ਕੋਈ किंतु परंतु नहीं, ਆਪਾਂ ਦੇਖਾਂਗੇ, ਮੌਕੇ ਤੇ ਦੇਖਾਂਗੇ। ਅਕਾਲੀ ਦਲ ਤੇ ਬੀਜੇਪੀ ਨਾਲ ਬਿਲਕੁਲ ਰਿਸ਼ਤੇ, ਅਕਾਲੀ ਦਲ ਬਾਦਲ ਤੇ ਬੀਜੇਪੀ ਦਾ ਕਦੀ ਸਮਝੌਤਾ ਨਹੀਂ ਹੋ ਸਕਦਾ। ਤੇ ਔਰ ਮੈਨੂੰ ਲੱਗਦਾ, ਮੇਰੇ ਖਿਆਲ ਦੇਖੋ ਆਪਾਂ ਦੇਖ ਹੀ ਲਿੱਤਾ ਹੈ ਸਮਝੌਤੇ ਤਾਂ ਕਈ ਵਾਰ ਆਪਾਂ ਦੇਖਿਆ, PDP ਨਾਲ ਕਸ਼ਮੀਰ ਦੇ ਵਿੱਚ ਬੀਜੇਪੀ ਦਾ ਸਮਝੌਤਾ ਹੋ ਜਾਂਦਾ, ਸ਼ਿਵ ਸੈਨਾ ਨਾਲ ਸਮਝੌਤਾ ਪਹਿਲਾਂ ਨਹੀਂ ਸੀ ਤੇ ਇਲੈਕਸ਼ਨਾਂ ਤੋਂ ਬਾਅਦ ਸਮਝੌਤਾ ਹੋ ਗਿਆ, ਤੇ ਇਹੋ ਜਿਹੀ ਸਥਿਤੀ ਤੁਹਾਨੂੰ ਲੱਗਦਾ ਕਿ ਹੁਣ ਪੰਜਾਬ 'ਚ ਨਹੀਂ ਹੋ ਸਕਦਾ? ਹਾਂ, ਬਟ ਮੈਨੂੰ ਨਹੀਂ ਲੱਗਦਾ। ਦੇਖੋ, ਇਸ ਵਾਰ ਤੇ ਆਪਾਂ ਵੀ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰਾਂਗੇ ਔਰ ਜੋ ਰਿਸਪੌਂਸ ਸਾਨੂੰ ਮਿਲ ਰਿਹਾ ਪਿੰਡਾਂ ਦੇ ਵਿੱਚ ਵੀ, ਸਾਡੇ ਮਾਲਵਾ ਦੇ ਵਿੱਚ, ਜਿੱਥੇ ਕਦੀ ਵੀ ਬੀਜੇਪੀ ਨੂੰ ਆਪਣਾ ਸਿਰ ਖੜਾ
ਕਰਨ ਦਾ ਮੌਕਾ ਨਹੀਂ ਮਿਲਿਆ, ਉੱਥੇ ਵੀ ਸਾਨੂੰ ਚੰਗੀ ਰਿਸਪੌਂਸ ਮਿਲ ਰਹੀ ਹੈ। ਸ਼ਹਿਰਾਂ ਦੇ ਵਿੱਚ ਤਾਂ ਵੈਸੇ ਹੀ ਸੀਗੀ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ, ਪਰ ਮਾਲਵਾ ਰੀਜਨ ਦੇ ਵਿੱਚ ਵੀ ਜਿੱਥੇ ਮੈਂ ਬਿਲੋਂਗ ਕਰਦਾ, ਬੀਜੇਪੀ ਨੂੰ ਲੋਕ ਸੁਣਨ ਲਈ ਤਿਆਰ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇੱਕ ਵਾਰ ਤਾਂ ਆਪਾਂ ਆਪਣੇ ਪੈਰਾਂ ਤੇ ਵਿਧਾਨ ਸਭਾ ਚੋਣਾਂ ਤੋਂ ਮੈਨੂੰ ਪਹਿਲੇ ਯਾਦ ਆ ਜਦੋਂ ਤੁਹਾਡਾ ਹੈਲੀਕਾਪਟਰ ਪੋਲੀਟੀਕਲ ਜ਼ਮੀਨ ਤੇ ਲੈਂਡ ਹੋਣਾ ਸੀਗਾ, ਤੇ ਤੁਸੀਂ ਵੀ, ਜੋ ਸਾਡੇ ਸੂਤਰ ਕਹਿੰਦੇ ਨੇ, ਤੁਸੀਂ ਦਿਲ ਦੀ ਗੱਲ ਤਾਂ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਵੀ ਬੜੇ ਉਸ ਵੇਲੇ ਦੇਖ ਰਹੇ ਸੀਗੇ ਕਿਹੜੀ ਪਾਰਟੀ 'ਚ ਜਾਣਾ ਚਾਹੀਦਾ ਜਾਂ ਕਿੱਧਰ ਨਹੀਂ ਜਾਣਾ ਚਾਹੀਦਾ। ਅਕਾਲੀ ਦਲ ਨਾਲ ਵੀ ਲੱਗਦਾ ਹੈ ਕਿ ਤੁਹਾਡੀਆਂ ਗੱਲਾਂ ਉਸ ਵੇਲੇ ਸਾਡੇ ਦੇਖੋ, ਮੈਂ 3 ਇਲੈਕਸ਼ਨ ਸੂਤਰ ਸੀਗੀ ਕਿ ਅਕਾਲੀ ਦਲ ਨਾਲ ਵੀ ਤੁਹਾਡੀ ਗੱਲਬਾਤ ਨਹੀਂ, ਹੋਈ, ਲੱਗਦਾ ਸੀਗਾ ਕਿ ਅਕਾਲੀ ਦਲ ਤੁਸੀਂ ਜੁਆਇਨ ਕਰੋਗੇ, ਬੀਜੇਪੀ ਜੁਆਇਨ ਕਰਕੇ ਤੁਸੀਂ ਕੰਫਰਟ ਹੋ ਪੂਰੇ? ਨਹੀਂ, ਮੇਰੀ ਗੱਲ, ਮੈਨੂੰ ਅਪਰੋਚ ਕੀਤਾ ਸੀ, ਤਿੰਨੋਂ ਪਾਰਟੀਆਂ ਨੇ ਅਪਰੋਚ ਕੀਤਾ ਸੀ, ਆਮ ਆਦਮੀ ਪਾਰਟੀ ਨੇ ਵੀ, ਅਕਾਲੀ ਦਲ ਨੇ ਵੀ ਔਰ ਕਾਂਗਰਸ ਪਾਰਟੀ ਨੇ ਵੀ, ਮੇਰੀ ਪੁਰਾਣੀ ਪਾਰਟੀ ਨੇ ਵੀ, ਪਰ ਮੈਂ ਸਾਰਿਆਂ ਨੂੰ ਮਨਾ ਕਰਤਾ ਸੀ। ਔਰ ਮੈਂ ठीक है, एक क्योंकि मैं काफ़ी हुन फ्री हो गया, मेरे बेटे मेरा काम संभाल रहे हैं। मैं जैसे तुहानू कहा कि मैं मोदी साहब दी नीतियां ते बहुत स्टडी करता रहंदा है और मैनू बहुत खुशी सी कि सानू इस तरीके दा एक प्राइम मिनिस्टर मिले। जब मैनू बीजेपी दे किसी लोगों ने बुलाया और मैनू इनवाइट किया तो मैनू भी पता सी कि बीजेपी दे आपां खाते नहीं खुलने पंजाब दे विच। अज किसान अंदोलन जनवरी च खत्म होया है, जनवरी च आखिर ਦੇ ਵਿੱਚ ਇਲੈਕਸ਼ਨ ਆ ਗਏ ਹੈ। ਸੋ ਮੈਂ ਇਹਨਾਂ ਤੋਂ ਆਪਾਂ ਬੇਵਕੂਫ ਨਹੀਂ ਹੈ ਕਿ ਆਪਾਂ ਕੋਈ ਸੋਚਦੇ ਸੀ ਕਿ ਆਪਾਂ ਕੋਈ ਕਮਾਲ ਕਰ ਦਾਂਗੇ, ਸਾਨੂੰ ਪਤਾ ਸੀ। ਪਰ ਮੈਂ ਕਿਹਾ ਕੱਲੇ ਜਿੱਤਣ ਵਾਸਤੇ ਨਹੀਂ ਆਪਾਂ ਇਲੈਕਸ਼ਨ ਲੜ ਰਹੇ, ਆਪਾਂ ਪੰਜਾਬ ਨੂੰ ਬਚਾਉਣ ਵਾਸਤੇ ਇਲੈਕਸ਼ਨ ਲੜ ਰਹੇ। ਮੈਂ ਬੀਜੇਪੀ ਵਿੱਚ ਕੱਲੇ ਐਮਐਲਏ ਬਣਨ ਨਹੀਂ ਆਇਆ, ਮੈਂ ਇਸ ਕਰਕੇ ਆਇਆ ਕਿਉਂਕਿ ਮੈਂ ਯਕੀਨਨ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਜੇ ਇੱਕ ਪਾਰਟੀ ਹਿੰਦੁਸਤਾਨ ਨੂੰ ਔਰ ਪੰਜਾਬ ਨੂੰ ਬਚਾ ਸਕਦੀ ਹੈ, ਉਹ ਕੱਲੇ ਭਾਰਤੀ ਜਨਤਾ ਆਮ ਤੌਰ ਤੇ ਪਾਰਟੀ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਪਾਰਟੀ ਛੱਡ ਕੇ ਦੂਜੀ ਪਾਰਟੀ ਜੀ ਜਾਂ ਨਵੀਂ ਪਾਰਟੀ 'ਚ ਆਪਾਂ ਆਉਂਦੇ ਹਾਂ, ਜੋ ਤੁਹਾਡਾ ਸਫ਼ਰ ਆਪਾਂ ਦੇਖੀਏ ਕਿ ਤੁਸੀਂ ਪੋਲੀਟੀਕਲੀ ਜੇ ਐਬਸੈਂਟ ਸੀਗੇ ਤੇ ਦੁਬਾਰਾ ਆਏ, ਪਰ ਲੱਗਦਾ ਹੈ ਕਿ ਨਵੀਂ ਪਾਰਟੀ 'ਚ ਆ ਕੇ ਪਿੱਛੇ ਕਰ ਦਿੰਦੇ ਨੇ, ਬੈਕ ਬੈਂਚਰਸ ਬਣਾ ਦਿੰਦੇ ਨੇ ਕਿ ਜਿਹੜੇ ਨਵੇਂ ਲੋਕ ਆਉਂਦੇ ਨੇ। ਤੁਹਾਨੂੰ ਤਾਂ ਵਾਈਸ ਪ੍ਰੈਜ਼ੀਡੈਂਟ ਵੀ ਬਣਾਇਆ, ਕਿੱਦਾਂ ਦਾ ਮਾਹੌਲ ਹੈ ਪੰਜਾਬ ਬੀਜੇਪੀ ਦਾ? ਨਹੀਂ ਦੇਖੋ, ਮਾਹੌਲ ਬਹੁਤ ਵਧੀਆ ਹੈ। ਇਹ ਨਹੀਂ ਕਿ ਨਵੇਂ ਨੂੰ ਦੇਖੋ, ਜੇ ਆਪਾਂ ਹੁਣ ਤਾਂ ਸਾਰੇ ਬੀਜੇਪੀ ਹੈ, ਚਾਹੇ ਨਵੇਂ ਹੈ ਚਾਹੇ ਪੁਰਾਣੇ, ਵੀ ਨਾ ਆਲ ਇੱਕ ਹੀ ਆ, ਆਪਾਂ ਸਾਰੇ ਬੀਜੇਪੀ ਹੈ। ਦੂਜੀ ਗੱਲ ਇਹ ਹੈ ਕਿ ਮੈਂ ਹਰ ਇੱਕ ਪਾਰਟੀ 'ਚ ਦੇਖਦਾ, ਆਪਾਂ ਸਟੱਡੀ ਕਰਦੇ ਹਾਂ। ਇਹ ਨਹੀਂ ਕਿ ਜੋ ਬੰਦਾ ਪੁਰਾਣਾ ਹੋ ਨਵਾਂ ਹੋ, ਜੋ ਬੰਦਾ ਮਿਹਨਤ ਕਰਦਾ ਹੈ, ਜੋ ਬੰਦਾ ਕੰਮ ਕਰੇਗਾ, ਉਹਨੂੰ ਹਮੇਸ਼ਾ ਅੱਗੇ ਨਿਕਲਣ ਦਾ ਮੌਕਾ ਮਿਲੇਗਾ, ਉਹਨੂੰ ਪਾਰਟੀ ਮੌਕਾ ਦੇਗੀ। ਤੇ ਅੱਜ ਮੈਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ, ਪਰ ਜੇ ਮੈਂ ਕੰਮ ਨਹੀਂ ਕਰਾਂਗਾ ਤੇ ਅਗਲੀ ਵਾਰ ਮੈਨੂੰ ਨਹੀਂ ਬਣਾਉਣਗੇ। ਤੇ ਇਹ ਤੇ ਜੋ ਬੰਦੇ ਕੰਮ ਕਰਨਗੇ ਉਹ ਅੱਗੇ ਨਿਕਲਣਗੇ, ਜੋ ਨਹੀਂ ਕਰਨਗੇ ਉਹ ਬਹਿ ਜਾਣਗੇ। ਬਿਲਕੁਲ ਅਰਵਿੰਦ ਜੀ, ਸਾਡੇ ਨਾਲ ਗੱਲਬਾਤ ਕਰਨ ਦਾ ਤੁਹਾਡਾ ਧੰਨਵਾਦ। ਦੇਸਨ ਅਰਵਿੰਦ ਖੰਨਾ ਜੋ ਕਹਿ ਰਹੇ ਨੇ ਕਿ ਬੀਜੇਪੀ ਇੰਨੀ ਕੋ ਤਿਆਰ ਹੈ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ, ਖਾਸ ਕਰਕੇ 2024 ਦੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਇੱਥੋਂ ਦੀ ਬੀਜੇਪੀ ਨੂੰ ਵੱਡਾ ਮੈਂਡੇਟ ਮਿਲ ਸਕਦਾ ਔਰ ਇਹ ਭਲਾ ਵੀ ਹੋਏਗਾ ਪੰਜਾਬ ਦੇ ਲਈ ਵੀ ਕਿ ਕੇਂਦਰ ਸਰਕਾਰ ਦੇ ਵਿੱਚ ਵੀ ਬੀਜੇਪੀ ਹੋਵੇ ਔਰ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਬਣੇ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।